ਜੱਸਾ ਸਿੰਘ ਰਾਮਗੜੀਆ ਉਹ ਸੂਰਮਾ ਸੀ ਜਿਹੜਾ ਤਖਤ ਤੇ ਤੌਸ ਜਿਹਦੇ ਉੱਪਰ ਔਰੰਗਜ਼ੇਬ ਬੈਠਦਾ ਸੀ, ਉਸ ਨੂੰ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ ਬੰਨ੍ਹ ਕੇ ਲੈ ਆਇਆ ਸੀ। ਇਹ ਹਵੇਲੀ ਅਸੀਂ ਤੁਹਾਨੂੰ ਬਿਲਕੁਲ ਦਿਖਾਉਂਦੇ ਆ ਜਿਹੜੀ ਇਸ ਟਾਈਮ ਖਸਤਾ ਹਾਲਤ ਦੇ ਵਿੱਚ ਬਣੀ ਹੋਈ ਹੈ। ਇੱਟਾਂ ਦਾ ਸਿਸਟਮ ਜਿਹੜਾ ਹੋਏਗਾ ਵੀ ਆ ਨਾਨਕਸ਼ਾਹੀ ਇੱਟਾਂ ਦੇ ਨਾਲ ਬਣੀ ਹੋਈ ਇਹ ਹਵੇਲੀ ਦੀ ਅਸੀਂ ਸੰਭਾਲ ਨਹੀਂ ਕਰ ਸਕੇ। ਮਹਾਰਾਜਾ ਜੱਸਾ ਸਿੰਘ ਰਾਮਗੜੀਆ ਇੱਕ ਬੜਾ ਬਹਾਦਰ ਯੋਧਾ ਹੋਇਆ ਸਾਡੇ ਸਿੱਖ ਇਤਿਹਾਸ ਦੇ ਵਿੱਚ। ਉਹਨਾਂ ਨੇ ਕੱਲਾ ਤਖਤ ਨੂੰ ਪੁੱਟ ਕੇ ਇੱਥੇ ਨਹੀਂ ਲਿਆਂਦਾ, ਉਹਨਾਂ ਨੇ ਉਹਦਾ ਤੁਸੀਂ ਕਿਤੇ ਜਾ ਕੇ ਦੇਖੋ ਕਿ ਥੋੜੀ ਜਿਹੀ ਡਿਗਰੀ ਉਦੋਂ ਝੁਕਾਇਆ ਹੋਇਆ ਦਰਬਾਰ ਸਾਹਿਬ ਵੱਲ। ਉਹ ਇਸ ਗੱਲ ਦਾ ਪ੍ਰਮਾਣ ਆ ਵੀ ਇਹ ਜਿਹੜਾ ਕਿਸੇ ਵੇਲੇ ਜ਼ੁਲਮ ਕਰਦਾ ਸੀ ਤਖਤ, ਉਹਨੂੰ ਗੁਰੂ ਨਾਨਕ ਦੇ ਚਰਨਾਂ 'ਚ ਜੱਸਾ ਸਿੰਘ ਰਾਮਗੜੀਆ ਨੇ ਝੁਕਾਤਾ ਤੇ ਉਹ ਰਹਿੰਦੀ ਦੁਨੀਆ ਤੱਕ ਝੁਕਿਆ ਰਹੇਗਾ। ਇਹ ਉਹ ਯੋਧੇ ਦੀ ਜਿਹੜੀ ਇਹਦੀ ਮਤਲਬ ਬਹਾਦਰੀ ਦੀ ਮਿਸਾਲ ਹੈ। ਅਸੀਂ ਰੋਜ਼ ਅਰਦਾਸ ਕਰਦੇ ਹਾਂ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਜਿਹੜੇ ਉਹ ਬੁੰਗੇ ਆ ਸਾਡੇ ਰਾਮਗੜੀਆ ਸਰਦਾਰ ਵੱਲੋਂ ਵੀ ਬਣਾਏ ਬੁੰਗੇ, ਉਹ ਅਜੇ ਵੀ ਅਟਲ ਆ, ਉੱਥੇ ਖੜੇ ਆ। ਭਾਵੇਂ ਕਿੰਨੇ ਹਮਲਾਵਰ ਵੀ ਆਏ, ਢਾਉਣ ਦਾ ਯਤਨ ਵੀ ਕੀਤਾ, ਪਰ ਸਿੱਖ ਕੌਮ ਦੀ ਅਰਦਾਸ ਆ ਕਿ ਉਹ ਅੱਜ ਵੀ ਉੱਥੇ ਬੁਲੰਦੀਆਂ 'ਚ ਖੜੇ ਆ। ਇਹ ਮਲਬੇ ਦੇ ਢੇਰ ਨਹੀਂ ਹੋਣੇ ਚਾਹੀਦੇ ਸੀ, ਇੱਥੇ ਇਮਾਰਤ ਦੀ ਸੰਭਾਲ ਹੋਣੀ ਚਾਹੀਦੀ ਸੀ। ਆ ਪਈਆਂ ਨੇ ਜੀ ਜੱਸਾ ਸਿੰਘ ਰਾਮਗੜੀਏ ਸਰਦਾਰ ਦੀਆਂ ਹਵੇਲੀ ਦੀਆਂ ਇੱਟਾਂ। ਆਉਣ ਵਾਲਾ ਇਤਿਹਾਸ ਸਾਤੋਂ ਮੰਗ ਕਰੇਗਾ, ਸਾਡੇ ਬੱਚੇ ਸਾਨੂੰ ਪੁੱਛਣਗੇ ਵੀ ਕੀ ਸੰਭਾਲ ਕੇ ਰੱਖਿਆ ਹੈ ਤੁਸੀਂ। ਇਹ ਨਵੀਂ ਬਿਲਡਿੰਗ ਬਣਾ ਲਈ, ਆਲੀਸ਼ਾਨ ਬਿਲਡਿੰਗ ਬਣਾ ਲਈ, ਸਾਡੇ ਬੱਚੇ ਪੁੱਛਣਗੇ ਕੌਣ ਸੀ ਜੱਸਾ ਸਿੰਘ ਰਾਮਗੜੀਆ, ਕਿੱਥੇ ਹੈ ਉਹਦੀ ਹਵੇਲੀ। ਕਿਹਾ ਸੁਣਿਆ, ਗੂਗਲ ਤੇ ਸਰਚ ਕੀਤਾ ਵੀ ਹਾਂ ਸ੍ਰੀ ਹਰਗੋਬਿੰਦਪੁਰ ਦੇ ਵਿੱਚ ਕਿੱਥੇ ਹੈ ਜੱਸਾ ਸਿੰਘ ਰਾਮਗੜੀਏ ਦੀ ਹਵੇਲੀ। ਉੱਥੇ ਅਸੀਂ ਆਹ ਬਿਲਡਿੰਗ ਦਿਖਾਵਾਂਗੇ ਜਿਹੜੀ ਆ ਲੈਂਟਰ ਪਾ ਕੇ ਖੜੀ ਕੀਤੀ ਹੋਈ ਹੈ। ਆਹ ਖਸਤਾ ਹਾਲਤ ਦਿਖਾਓਗੇ ਆਪਣੇ ਬੱਚਿਆਂ ਨੂੰ, ਆਹ ਚੜ੍ਹਦੀਆਂ ਪੌੜੀਆਂ, ਆਹ ਹਾਲ ਦੇਖੋ ਕੀ ਕਰਿਆ ਹੋਇਆ ਤੁਸੀਂ। ਇਹ ਦਿਖਾਓਗੇ ਆਪਣੇ ਬੱਚਿਆਂ ਨੂੰ, ਇਹ ਦੱਸੋਗੇ ਵੀ ਆਹ ਜੱਸਾ ਸਿੰਘ ਰਾਮਗੜੀਏ ਸੂਰਮੇ ਦੀ ਹਵੇਲੀ ਨੂੰ ਸੰਭਾਲ ਕੇ ਰੱਖਿਆ ਹੈ ਅਸੀਂ। ਇੱਧਰ ਦੇਖ ਲਓ, ਆਹ ਕਮਰਾ ਉਸ ਵੇਲੇ ਦੇ ਸੂਰਮੇ ਦਾ। ਇਹ ਦਿਖਾਓਗੇ ਕਮਰਾ ਤੁਸੀਂ ਆਪਣੇ ਬੱਚਿਆਂ ਨੂੰ, ਇਹ ਦੇਖ ਕੇ ਸੰਤੁਸ਼ਟ ਹੋ ਜਾਣਗੇ ਉਹ। ਬਿਲਕੁਲ ਜੀ, ਇਹ ਤੇ ਫਿਰ ਸਾਡੀ ਨਲਾਇਕੀ ਹੈ ਨਾ। ਇਹ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ, 1723 ਦੇ ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦਾ ਜਨਮ ਹੁੰਦਾ ਵਾ, ਤੇ ਜਨਮ ਤੋਂ ਬਾਅਦ ਹੀ ਉਹਨਾਂ ਨੇ ਬਣਾਈਆਂ। ਮਤਲਬ 250 ਸਾਲ ਪੁਰਾਣੀ ਇਹ ਸਾਰੀ ਹਵੇਲੀ, ਕੋਈ ਏਡੀ ਗੱਲ ਵੀ ਨਹੀਂ, ਕੋਈ ਸਾਂਭੀ ਨਹੀਂ ਜਾ ਸਕਦੀ ਜਾਂ ਏਡੀ ਵੀ ਖਸਤਾ ਨਹੀਂ ਸੀ। ਵਿਜੇ ਸਾਂਪਲਾ ਜੀ ਜਿਹੜੇ ਬੀਜੇਪੀ ਦੇ ਸੰਸਦ ਮੈਂਬਰ ਸੀ, ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਮੰਤਰੀ ਵੀ ਰਹੇ ਨੇ ਕੇਂਦਰ ਸਰਕਾਰ 'ਚ। ਸੋ ਉਹਨਾਂ ਵੱਲੋਂ ਇੱਥੇ ਨੀਂਹ ਪੱਥਰ ਉਸ ਕੰਮ ਦਾ ਰੱਖਿਆ ਗਿਆ ਸੀ, ਤੇ ਸਾਨੂੰ ਤਾਂ ਬੜੀ ਉਮੀਦ ਸੀ ਕਿ ਸ਼ਾਇਦ ਹੁਣ ਇਹਦੇ ਦਿਨ ਮੁੜਨਗੇ, ਇਹ ਹਵੇਲੀ ਵਧੀਆ ਬਣੇਗੀ। ਪਰ ਅੱਜ ਜਦੋਂ ਅਸੀਂ ਆ ਕੇ ਦੇਖਿਆ ਇੱਥੇ ਸਭ ਕੁਝ ਢਾਹ ਦਿੱਤਾ ਗਿਆ। ਤੋ ਇੱਟਾਂ ਸਾਰੇ ਬੰਨੇ ਨਾਨਕਸ਼ਾਹੀ ਖਿਲਰੀਆਂ ਨੇ, ਤਾਂ ਮਨ ਨੂੰ ਦੇਖ ਕੇ ਦੁੱਖ ਹੋਇਆ ਕਿ ਬਣਾਉਣਾ ਤੇ ਕੀ ਹੈ, ਤਾਂ ਪਹਿਲਾਂ ਵੀ ਢਾਤਾ। ਜੱਸਾ ਸਿੰਘ ਰਾਮਗੜੀਏ ਦੀ ਗੱਲ ਕਰਦੇ ਆ। ਜੱਸਾ ਸਿੰਘ ਰਾਮਗੜੀਆ ਮਿਸਲ ਦਾ ਉਹ ਸਰਦਾਰ ਜਿਹੜਾ ਬਘੇਲ ਸਿੰਘ ਦੇ ਨਾਲ ਮਿਲ ਕੇ ਦਿੱਲੀ ਨੂੰ ਫਤਿਹ ਕਰਦਾ ਹੈ। ਜੱਸਾ ਸਿੰਘ ਰਾਮਗੜੀਆ ਉਹ ਸੂਰਮਾ ਸੀ ਜਿਹੜਾ 44 ਥੰਮਾਂ ਨੂੰ ਦਿੱਲੀ ਤੋਂ ਬੰਨ੍ਹ ਕੇ ਲੈ ਆਇਆ ਸੀ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ। ਜੱਸਾ ਸਿੰਘ ਰਾਮਗੜੀਆ ਉਹ ਸੂਰਮਾ ਸੀ ਜਿਹੜਾ ਤਖਤ ਤੇ ਤੌਸ ਜਿਹਦੇ ਉੱਪਰ ਔਰੰਗਜ਼ੇਬ ਬੈਠਦਾ ਸੀ, ਉਸ ਨੂੰ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ ਬੰਨ੍ਹ ਕੇ ਲੈ ਆਇਆ ਸੀ। ਇੱਥੇ ਹੀ ਬਸ ਨਹੀਂ, ਜੱਸਾ ਸਿੰਘ ਰਾਮਗੜੀਆ ਸਰਦਾਰ ਜਿਹੜਾ ਹਰ ਇੱਕ ਨੂੰ ਪਿਆਰ ਕਲਾਵੇ ਦੇ ਵਿੱਚ ਲੈ ਕੇ ਚੱਲਦਾ ਸੀ। ਰਾਮਗੜੀਆ ਮਿਸਲ ਦੇ ਉਹ ਸਰਦਾਰ ਦੀ ਹਵੇਲੀ ਜਿਹੜੀ ਸ੍ਰੀ ਹਰਗੋਬਿੰਦਪੁਰ ਦੀ ਧਰਤੀ ਦੇ ਉੱਪਰ ਬਣੀ ਹੋਈ ਹੈ, ਸ਼ਹਿਰ ਜੋ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਨਾਮ ਦੇ ਉੱਪਰ ਵਸਿਆ ਹੋਇਆ ਹੈ। ਇਹ ਹਵੇਲੀ ਅਸੀਂ ਤੁਹਾਨੂੰ ਬਿਲਕੁਲ ਦਿਖਾਉਂਦੇ ਆ ਜਿਹੜੀ ਇਸ ਟਾਈਮ ਖਸਤਾ ਹਾਲਤ ਦੇ ਵਿੱਚ ਬਣੀ ਹੋਈ ਹੈ। ਬਿਲਕੁਲ ਇਹ ਦ੍ਰਿਸ਼ ਉਸ ਹਵੇਲੀ ਦੇ ਸਾਹਮਣੇ ਨੇ, ਤੁਸੀਂ ਇੱਧਰਲੀ ਸਾਈਡ ਵੀ ਦੇਖ ਸਕਦੇ ਹੋ। ਜਿਹੜਾ ਬਕਾਇਦਾ ਉਸ ਵੇਲੇ ਦੇ ਦਰਵਾਜ਼ੇ ਲੱਗੇ ਹੋਏ ਨੇ ਬਕਾਇਦਾ। ਜੇ ਅਸੀਂ ਆਹ ਗੱਲ ਕਰੀਏ, ਬੜੀ ਮੀਨਾਕਾਰੀ ਸੁੰਦਰ ਇਹ ਮੀਨਾਕਾਰੀ ਕੀਤੀ ਹੋਈ ਹੈ। ਤੁਸੀਂ ਮੋਰ ਬਣੇ ਵੀ ਦੇਖ ਸਕਦੇ ਹੋ। ਉਸ ਸਮੇਂ ਦੇ ਵਿੱਚ ਕਿੱਦਾਂ ਦੇ ਜਿਹੜੇ ਬਣਾਉਣ ਵਾਲੇ ਹੋਣਗੇ,
ਕਿੱਦਾਂ ਦਾ ਸਿਸਟਮ ਜਿਹੜਾ ਹੋਏਗਾ ਵੀ ਆ ਨਾਨਕਸ਼ਾਹੀ ਇੱਟਾਂ ਦੇ ਨਾਲ ਬਣੀ ਹੋਈ ਇਹ ਹਵੇਲੀ ਦੀ ਅਸੀਂ ਸੰਭਾਲ ਨਹੀਂ ਕਰ ਸਕੇ। ਸਾਡੇ ਸੂਰਮੇ, ਸਾਡੇ ਯੋਧੇ ਜਿਹੜੇ ਇੱਕ ਬਹੁਤ ਵੱਡੀ ਦੇਣ ਹੈ ਸਾਨੂੰ, ਜਿਨ੍ਹਾਂ ਨੂੰ ਇੱਕ ਧਰਮ ਦੀ ਜੇ ਆਪਾਂ ਗੱਲ ਕਰੀਏ ਤਾਂ ਇੱਕ ਸੂਤਰ ਦੇ ਵਿੱਚ ਪਰੋਣਾ, ਵੱਡੀਆਂ ਵੱਡੀਆਂ ਜੰਗਾਂ ਲੜਨੀਆਂ, ਔਰੰਗਜ਼ੇਬ ਵਰਗਿਆਂ ਨੂੰ ਮਾਤ ਪਾਉਣੀ। ਤੇ ਇਹ ਹਵੇਲੀ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜਿੱਥੇ ਕਿਸੇ ਟਾਈਮ ਜੱਸਾ ਸਿੰਘ ਰਾਮਗੜੀਆ ਸਰਦਾਰ ਰਹਿੰਦਾ ਰਿਹਾ ਹੈ। ਬੜੀ ਖਸਤਾ ਹਾਲਤ ਦੇ ਵਿੱਚ ਬਣੀ ਹੋਈ ਹੈ ਅੱਜ ਇਹ ਹਵੇਲੀ। ਆਪਾਂ ਇਸ ਦੇ ਅੰਦਰ ਪਹੁੰਚਦੇ ਹਾਂ ਅਤੇ ਅੰਦਰ ਕੀ ਹੈ ਇਹ ਵੀ ਆਪਾਂ ਨਾਲ ਦਰਸ਼ਨ ਕਰਵਾਉਣੇ ਨੇ। ਸਾਡੇ ਨਾਲ ਵੀਰ ਜੀ ਮੌਜੂਦ ਨੇ, ਇੰਦਰਜੀਤ ਸਿੰਘ ਜੀ, ਇਹਨਾਂ ਦੇ ਨਾਲ ਵੀ ਅੱਗੇ ਚੱਲ ਕੇ ਗੱਲਬਾਤ ਕਰਾਂਗੇ। ਆਪਾਂ ਵੀਰ ਜੀ ਇਹਦੇ ਅੰਦਰ ਚੱਲਦੇ ਹਾਂ ਜੀ, ਅੰਦਰ ਜਾ ਕੇ ਗੱਲਬਾਤ ਕਰਦੇ ਹਾਂ। ਜੱਸਾ ਸਿੰਘ ਰਾਮਗੜੀਆ ਜੀ ਦੀ ਹਵੇਲੀ ਦੇ ਵਿੱਚ ਅੰਦਰ ਪਹੁੰਚ ਚੁੱਕੇ ਆ। ਇਸ ਵੇਲੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੱਸਾ ਸਿੰਘ ਰਾਮਗੜੀਆ ਜੀ ਉਹ ਸੂਰਮੇ ਸਨ ਜਿਹੜੇ ਮੁਗਲਾਂ ਦੀਆਂ 4 ਤੋਪਾਂ ਖੋਹ ਲਿਆਏ ਸੀ ਦਿੱਲੀ ਦੀ ਧਰਤੀ ਤੋਂ। ਸਾਨੂੰ ਪਤਾ, ਫੇਰ ਗੱਲ ਨੂੰ ਦੁਹਰਾਵਾਂ, 4 ਤੋਪਾਂ ਮੁਗਲਾਂ ਦੀਆਂ ਖੋਹ ਲੈਣੀਆਂ ਇੱਕ ਬਹੁਤ ਵੱਡੀ ਗੱਲ ਹੈ। ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਹਵੇਲੀ ਬੜੀ ਖਸਤਾ ਹਾਲਤ ਦੇ ਵਿੱਚ ਬਣੀ ਹੋਈ ਹੈ ਇਸ ਟਾਈਮ। ਬਿਲਕੁਲ ਇੱਧਰਲੀ ਸਾਈਡ ਤੁਸੀਂ ਦ੍ਰਿਸ਼ ਦੇਖ ਸਕਦੇ ਹੋ, ਇੱਥੇ ਕਿਸੇ ਟਾਈਮ ਕਮਰੇ ਹੁੰਦੇ ਹੋਣਗੇ ਤੇ ਇਸ ਟਾਈਮ ਜਿਹੜੀ ਬੜੀ ਖਸਤਾ ਹਾਲਤ ਇਹਦੀ ਬਣੀ ਹੋਈ ਹੈ। ਅੰਦਰ ਕਮਰਿਆਂ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ। ਤੇ ਇੱਧਰਲੀ ਸਾਈਡ ਜਿਹੜਾ ਤੁਸੀਂ ਕਮਰਾ ਦੇਖ ਰਹੇ ਹੋ, ਆਹ ਕਮਰਾ ਤੁਸੀਂ ਦੇਖੋ, ਗਾਡਰ ਬਿਲਕੁਲ ਡਿੱਗੇ ਪਏ ਨੇ, ਛੱਤ ਬਿਲਕੁਲ ਡਿੱਗ ਚੁੱਕੀ ਹੈ। ਤੁਸੀਂ ਦੇਖ ਸਕਦੇ ਹੋ ਕਿੰਨੀ ਖਸਤਾ ਹਾਲਤ ਇਹਦੀ ਬਣੀ ਹੋਈ ਹੈ। ਸਾਰੀ ਇਹ ਹਵੇਲੀ ਜਿਹੜੀ ਹੈ ਕੁਛ ਡਿੱਗ ਚੁੱਕੀ ਹੈ, ਕੁਛ ਡਿੱਗਣ ਨੂੰ ਜਿਹੜੀ ਹੈ ਉਹ ਤਿਆਰ ਪਈ ਹੈ ਇਹ ਹਵੇਲੀ। ਤੇ ਨਾਨਕਸ਼ਾਹੀ ਇੱਟਾਂ ਜਿਹੜੀਆਂ ਹੇਠਾਂ ਖਿਲ ਰਹੀਆਂ, ਤੁਸੀਂ ਦੇਖ ਸਕਦੇ ਹੋ ਵੀ ਅਸੀਂ ਕਿੰਨੀ ਕੁ ਸੰਭਾਲ ਕੀਤੀ ਹੈ। ਆਪਾਂ ਨੇ ਇਹ ਜੱਦੀ ਪੁਸ਼ਤੀ ਆਪਾਂ ਕਹਿ ਸਕਦੇ ਹਾਂ ਚੀਜ਼ਾਂ ਦੀ, ਜਦ ਕਿ ਲੋੜ ਸੀ ਇਹਨਾਂ ਚੀਜ਼ਾਂ ਦੀ ਸੰਭਾਲ ਕਰਨ ਦੀ। ਵੀਰ ਜੀ ਤੁਸੀਂ ਇੱਥੇ ਦੱਸ ਰਹੇ ਸੀ ਵੀ ਮੈਂ ਕੁਝ ਸਮਾਂ ਪਹਿਲਾਂ ਇੱਥੇ ਆਉਂਦਾ ਰਿਹਾ, ਤੁਸੀਂ ਕੀ ਦੇਖਿਆ ਸੀ ਜਿਹੜਾ ਇੱਥੇ ਬਣਿਆ ਹੋਇਆ ਸੀਗਾ? ਇਹ ਜਿਹੜੀ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ ਜਿਹੜੀ ਹਵੇਲੀ ਆ, ਮਹਿਲ ਵੀ ਕਹਿੰਦੇ ਇਹਨੂੰ ਜੀ, ਇਹ ਮੈਂ ਕੋਈ 2009 ਦੀ ਗੱਲ ਆ, ਉਦੋਂ ਇੱਥੇ ਇੱਕ ਪ੍ਰੋਗਰਾਮ ਹੋਇਆ ਸੀ, ਉਦੋਂ ਵੀ ਆਉਣ ਦਾ ਇੱਥੇ ਮੌਕਾ ਮਿਲਿਆ ਸੀ ਜੀ। ਤੇ ਅੱਜ ਜਿਹੜੇ ਆ ਢੇਰ ਦਿਸ ਰਹੇ ਸਨ ਨਾਨਕਸ਼ਾਹੀ ਇੱਟਾਂ ਦੇ, ਉਦੋਂ ਇਹ ਨਹੀਂ ਸੀ। ਉਦੋਂ ਕਾਫੀ ਕਮਰੇ ਸੀ ਇਹਦੇ ਵਿੱਚ, ਕੰਧਾਂ ਵੀ ਸੀ। ਅੱਜ ਤੇ ਬਿਲਕੁਲ ਹੀ ਇੱਥੇ ਖੰਡਰ ਹੀ ਬਣ ਗਿਆ। ਉਦੋਂ ਫਿਰ ਵੀ ਕੁਝ ਇਹਦੀ ਹਾਲਤ ਠੀਕ ਸੀ। ਉਸ ਤੋਂ ਪਹਿਲਾਂ ਇਹ ਤੁਸੀਂ ਵੇਖੋਗੇ ਕੁਝ ਜਿਹੜੀ ਚਣਾਈ ਆ ਉਹ ਮੋਟੀ ਇੱਟ ਦੀ ਹੋਈ ਆ, ਯਾਨੀ ਕਿ ਇੱਥੋਂ ਵੀ ਪ੍ਰਮਾਣ ਆ ਕਿ ਇੱਥੇ ਜਿਹੜਾ ਪਹਿਲਾ ਪਰਿਵਾਰ ਰਹਿੰਦਾ ਰਿਹਾ ਉਹਨੇ ਵੀ ਆਪਣੇ ਲੈਵਲ ਤੇ ਬਾਅਦ ਵਿੱਚ ਇਹਦੀ ਕੁਝ ਰਿਪੇਅਰ ਕਰਵਾਈ ਸੀ। ਪਰ ਇੱਕ ਰਾਮਗੜੀਆ ਸਿੱਖ ਟਰਸਟ, ਹੈਰੀਟੇਜ ਟਰਸਟ ਆ ਸ਼ਾਇਦ ਯੂਕੇ ਦੀ ਆ, ਉਹਨਾਂ ਵੱਲੋਂ ਇੱਥੇ ਇੱਕ ਪ੍ਰੋਗਰਾਮ ਕਰਵਾਇਆ ਗਿਆ ਸੀ ਇਹਦੀ। ਉਹ ਉਦੋਂ ਕਹਿੰਦੇ ਸੀ ਕਿ ਇਹਨੂੰ ਆਪਾਂ ਰੈਨੋਵੇਟ ਕਰਾਂਗੇ, ਇਹਨੂੰ ਸਾਰੀ ਹਵੇਲੀ ਨੂੰ। ਵਿਜੇ ਸਾਂਪਲਾ ਜੀ ਜਿਹੜੇ ਬੀਜੇਪੀ ਦੇ ਸੰਸਦ ਮੈਂਬਰ ਸੀ, ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਮੰਤਰੀ ਵੀ ਰਹੇ ਨੇ ਕੇਂਦਰ ਸਰਕਾਰ 'ਚ, ਸੋ ਉਹਨਾਂ ਵੱਲੋਂ ਇੱਥੇ ਨੀਂਹ ਪੱਥਰ ਉਸ ਕੰਮ ਦਾ ਰੱਖਿਆ ਗਿਆ ਸੀ। ਤੇ ਸਾਨੂੰ ਤਾਂ ਬੜੀ ਉਮੀਦ ਸੀ ਕਿ ਸ਼ਾਇਦ ਹੁਣ ਇਹਦੇ ਦਿਨ ਮੁੜਨਗੇ, ਇਹ ਹਵੇਲੀ ਵਧੀਆ ਬਣੇਗੀ। ਪਰ ਅੱਜ ਜਦੋਂ ਅਸੀਂ ਆ ਕੇ ਦੇਖਿਆ ਇੱਥੇ ਸਭ ਕੁਝ ਢਾਹ ਦਿੱਤਾ ਗਿਆ, ਤਾਂ ਇੱਟਾਂ ਸਾਰੇ ਬੰਨੇ ਨਾਨਕਸ਼ਾਹੀ ਖਿਲ ਰਹੀਆਂ ਨੇ। ਤਾਂ ਮਨ ਨੂੰ ਦੇਖ ਕੇ ਦੁੱਖ ਹੋਇਆ ਕਿ ਬਣਾਉਣਾ ਤੇ ਕੀ ਹੈ, ਤਾਂ ਪਹਿਲਾਂ ਵੀ ਢਾਤਾ। ਜਦ ਕਿ ਇਹਨਾਂ ਚੀਜ਼ਾਂ ਨੂੰ ਸੰਭਾਲਣ ਦੀ ਲੋੜ ਹੁੰਦੀ ਹੈ। ਅਸੀਂ ਅਕਸਰ ਪੰਜਾਬ ਦੀ ਧਰਤੀ ਤੇ ਦੇਖਦੇ ਹਾਂ, ਜੇ ਆਪਾਂ ਇਕੱਲੇ ਪੰਜਾਬ ਦੀ ਉਹ ਗੱਲ ਕਰੀਏ, ਜਦੋਂ ਰਾਜਸਥਾਨ ਜਾਂਦੇ ਹਾਂ ਹੈ ਨਾ, ਕਿਸੇ ਹੋਰ ਜਗ੍ਹਾ ਤੇ ਸੂਬਿਆਂ 'ਚ ਜਾਂਦੇ ਤੇ ਬੜੀਆਂ ਚੀਜ਼ਾਂ ਸਾਨੂੰ ਪੁਰਾਣੀਆਂ ਜਿਹੜੀਆਂ ਉਹ ਸੰਭਾਲੀਆਂ ਮਿਲਣਗੀਆਂ। ਪਰ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਸਾਡੀ ਸਿੱਖ ਵਿਰਾਸਤ, ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਹਾਂ, ਉਸ ਵੇਲੇ ਦੀ ਰਾਜ ਦੀ ਗੱਲ ਕਰਦੇ ਹਾਂ, ਜੱਸਾ ਸਿੰਘ ਰਾਮਗੜੀਏ ਦੀ ਅੱਜ ਆਪਾਂ ਗੱਲ ਕਰਨ ਲੱਗੇ ਹਾਂ, ਜੱਸਾ ਸਿੰਘ ਆਹਲੂਵਾਲੀਏ ਵਰਗੇ ਸੂਰਮੇ ਹੋਏ, ਉਹਨਾਂ ਦੀਆਂ ਮਹਾਨ ਵਿਰਾਸਤਾਂ ਨੇ ਜਿਹੜੀਆਂ ਆਪਾਂ ਖਤਮ ਕਿਉਂ ਕਰਨ ਲੱਗੇ ਹੋਏ ਹਾਂ? ਬਿਲਕੁਲ ਜੀ, ਇਹ ਤੇ ਫਿਰ ਸਾਡੀ ਨਲਾਇਕੀ ਹੈ ਨਾ। ਇਹ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ, 1723 ਦੇ ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦਾ ਜਨਮ ਹੁੰਦਾ ਵਾ। ਤੇ ਜਨਮ ਤੋਂ ਬਾਅਦ ਹੀ ਉਹਨਾਂ ਨੇ ਬਣਾਈਆਂ, ਮਤਲਬ 250 ਸਾਲ ਪੁਰਾਣੀ ਇਹ ਸਾਰੀ ਹਵੇਲੀ ਹੀ, ਕੋਈ ਏਡੀ ਗੱਲ ਵੀ ਨਹੀਂ, ਕੋਈ ਸਾਂਭੀ ਨਹੀਂ ਜਾ ਸਕਦੀ ਜਾਂ ਏਡੀ ਵੀ ਖਸਤਾ ਨਹੀਂ ਸੀ। ਪਰ ਕਿਤੇ ਨਾ ਕਿਤੇ ਉਹੀ ਆ ਕਿ ਅਸੀਂ ਸਾਂਭਦੇ ਨਹੀਂ ਗਏ। ਸਾਂਭਣਾ ਤੇ ਕੀ ਆ, ਅਸੀਂ ਤੈਨੂੰ ਉਲਟਾ ਨੁਕਸਾਨ ਪਹੁੰਚਾਉਂਦੇ ਆ। ਹੁਣ ਚਾਹੀਦਾ ਤੇ ਇਹੀ ਵੀ ਜੋ ਉਸ ਸਮੇਂ ਦਾ ਆਰਕੀਟੈਕਟ ਸੀ ਜਾਂ ਜੋ ਇਹਦੀ ਭਵਨ ਨਿਰਮਾਣ ਕਲਾ ਸੀ, ਉਹਨੂੰ ਹੂਬਹੂ ਉਹਨੂੰ ਰਿਪੇਅਰ ਕੀਤਾ ਜਾਂਦਾ, ਨਾ ਕਿ ਢਾਹ ਗਿਆ। ਵੇਖੋ ਸਾਹਮਣੇ ਹੁਣ ਇੱਕ ਨਵਾਂ ਹਾਲ ਬਣ ਗਿਆ। ਜਦੋਂ ਮੈਂ ਦੇਖਿਆ ਇੱਥੇ ਹਾਲ ਨਹੀਂ ਸੀ, ਇੱਥੇ ਅਜੇ ਵੀ ਉਹ ਦੀਵਾਰਾਂ ਖੜੀਆਂ, ਉਹ ਆਪਣੇ ਸਮੇਂ ਦੇ ਅਨੁਸਾਰ ਕਮਰੇ ਸੀ ਵੱਖ-ਵੱਖ, ਉਹ ਬਿਲਕੁਲ ਉਵੇਂ ਰਹਿਣੇ ਚਾਹੀਦੇ ਸੀ। ਆਹ ਹਾਲ ਤਾਂ ਆਪਾਂ ਕਿਤੇ ਬਾਹਰ ਵੀ ਕਿਤੇ ਜੇ ਬਣਾਉਣਾ ਹੋਵੇ ਕਿਸੇ ਜੀ, ਮੇਨ ਗੱਲ ਪਤਾ ਕੀ ਹੈ, ਹਾਲ ਬਣਾ ਦਿਓ, ਗੁਰੂ ਸਾਹਿਬ ਦਾ ਪ੍ਰਕਾਸ਼ ਕਰ ਦਿਓ, ਗੋਲਕ ਰੱਖੋ ਤੇ ਟੇਕੋ ਮੱਥਾ,
ਇੱਥੇ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਸਿਸਟਮ ਸਾਰਾ। ਅਸੀਂ ਦੇਖਦੇ ਹਾਂ ਬਹੁਤ ਜਗ੍ਹਾ ਦੇ ਉੱਪਰ ਕੱਚੀ ਗੜੀ ਚਲੇ ਜਾਓ, ਤੁਸੀਂ ਚਮਕੌਰ ਦੀ ਕੱਚੀ ਗੜੀ ਚਲੇ ਜਾਓ, ਠੰਡਾ ਬੁਰਜ ਚਲੇ ਜਾਓ। ਅੱਜ ਸਾਡੇ ਬੱਚੇ ਪੁੱਛਣਗੇ ਵੀ ਕਿੱਥੇ ਠੰਡਾ ਬੁਰਜ, ਕਿੱਥੇ ਕੱਚੀ ਗੜੀ, ਪਰ ਉੱਥੇ ਤੇ ਗੋਲਕਾਂ ਰੱਖੀਆਂ ਪਈਆਂ, ਗੁਰਦੁਆਰਾ ਸਾਹਿਬ ਬਣਾ ਲਏ। ਤਾਂ ਹੀ ਤਾਂ ਕਹਿੰਦੇ ਆ ਨਾ ਵੀ ਜਿਹੜਾ ਜੋ ਐਜ਼ ਇਟ ਆ ਜਾਂ ਹੂ ਬਹੂ ਆ ਉਹਨੂੰ ਰੱਖਣਾ ਚਾਹੀਦਾ। ਜਦੋਂ ਅਸੀਂ ਉਹ ਚੀਜ਼ ਨਹੀਂ ਰਹਿਣੀ ਤਾਂ ਸਾਡੇ 'ਚ ਫੀਲਿੰਗ ਨਹੀਂ ਆਉਣੀ। ਜੇ ਪੁਰਾਣੀ ਇਮਾਰਤ ਕੋਈ ਵੇਖਾਂਗੇ, ਉਹਦਾ ਕੋਈ ਨਕਸ਼ਾ ਵੇਖਾਂਗੇ, ਉੱਡਾ ਕਮਰਾ ਦੇਖਾਂਗੇ, ਸਾਡਾ ਮਨ ਆਪਣੇ ਆਪ ਹੀ ਇਮੈਜੀਨੇਸ਼ਨ ਕਰ ਲੈਂਦਾ ਵੀ ਆਹ ਠੀਕ ਆ, ਇਦਾਂ ਇਦਾਂ। ਹੁਣ ਤਾਂ ਜਦੋਂ ਨਕਸ਼ਾ ਹੀ ਅਸੀਂ ਬਦਲਤਾ ਤੇ ਇਹ ਤਾਂ ਫਿਰ ਹੁਣ ਇੱਕ ਹਾਲ ਆ। ਇਹ ਤਾਂ ਭਾਵੇਂ ਕਿਤੇ ਵੀ ਆਪਾਂ ਬਣਾ ਲੈਂਦੇ ਤਾਂ ਹੁਣ ਕਹਿਣ ਨੂੰ ਆਪਾਂ ਫਿਰ ਕਹਿ ਲਾਂਗੇ ਵੀ ਇਹ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ ਮਹਿਲ ਆ, ਪਰ ਥੋੜ੍ਹੇ ਕੀਤਿਆਂ ਕੋਈ ਨਵੀਂ ਪੀੜ੍ਹੀ ਦਾ ਜਦੋਂ ਆਊਗਾ ਉਹਨੇ ਯਕੀਨ ਹੀ ਨਹੀਂ ਕਰਨਾ ਵੀ ਇਹ ਇਦਾਂ ਦਾ ਹੁੰਦਾ ਸੀ, ਇਹ ਤਾਂ ਨਵੇਂ ਜ਼ਮਾਨੇ ਦੀ ਇਮਾਰਤ ਸਾਰੀ। ਦੇਖ ਲਓ ਕਿੱਡੀ ਵੱਡੀ ਪ੍ਰਾਪਤੀ, ਯੋਧੇ ਸਾਡੇ ਸੂਰਮੇ ਕਿੱਦਾਂ ਦੇ ਹੁੰਦੇ ਸੀ। ਤਖਤ ਤੇ ਤੌਸ ਜਿੱਤੇ ਰੰਗ ਜੇ ਬਹਿੰਦਾ ਸੀ, ਉਹਨੂੰ ਪੁੱਟ ਕੇ ਅੱਜ ਵੀ ਦਰਬਾਰ ਸਾਹਿਬ ਜਦੋਂ ਜਾਂਦੇ ਆ ਦਰਸ਼ਨ ਕਰਦੇ ਆ ਤੇ ਬਹੁਤਿਆਂ ਨੂੰ ਪਤਾ ਵੀ ਨਹੀਂ, ਕਿਉਂਕਿ ਉੱਥੋਂ ਰਸਤਾ ਨਹੀਂ ਦਿੱਤਾ ਗਿਆ ਸ਼੍ਰੋਮਣੀ ਕਮੇਟੀ ਦੇ ਵੱਲੋਂ, ਰਸਤਾ ਨਹੀਂ ਅੰਦਰ ਕੋਈ ਹੈਗਾ, ਉੱਪਰ ਦੀ ਲੰਗਰ ਹਾਲ ਵਾਲੇ ਪਾਸੇ ਦੀ ਘੁੰਮ ਕੇ ਜਾਣਾ ਪੈਂਦਾ ਤੇ ਅਸੀਂ ਉੱਥੇ ਦਰਸ਼ਨ ਕਰ ਸਕਦੇ ਹਾਂ। ਅਜੇ ਵੀ ਜਿਹੜਾ ਹੈਗਾ ਪੱਟ ਕੇ ਲਿਆ ਕੇ ਉਸ ਸੂਰਮੇ ਨੇ ਉੱਥੇ ਰੱਖਿਆ ਹੋਇਆ। ਬਿਲਕੁਲ ਜੀ, ਅਸੀਂ ਰੋਜ਼ ਅਰਦਾਸ ਕਰਦੇ ਹਾਂ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਜਿਹੜੇ ਉਹ ਬੁੰਗੇ ਆ ਸਾਡੇ ਰਾਮਗੜੀਆ ਸਰਦਾਰ ਵੱਲੋਂ ਵੀ ਬਣਾਏ ਬੁੰਗੇ, ਉਹ ਅਜੇ ਵੀ ਅਟਲ ਆ, ਉੱਥੇ ਖੜੇ ਆ। ਭਾਵੇਂ ਕਿੰਨੇ ਹਮਲਾਵਰ ਵੀ ਆਏ, ਢਾਉਣ ਦਾ ਯਤਨ ਵੀ ਕੀਤਾ, ਪਰ ਸਿੱਖ ਕੌਮ ਦੀ ਅਰਦਾਸ ਆ ਕਿ ਉਹ ਅੱਜ ਵੀ ਉੱਥੇ ਬੁਲੰਦੀਆਂ 'ਚ ਖੜੇ ਆ। ਉੱਥੇ ਜਿਹੜਾ ਤੁਸੀਂ ਤਖਤੇ ਤੌਸ ਦੀ ਗੱਲ ਕਰ ਰਹੇ ਜੇ, ਮਹਾਰਾਜਾ ਜੱਸਾ ਸਿੰਘ ਰਾਮਗੜੀਆ ਇੱਕ ਬੜਾ ਬਹਾਦਰ ਯੋਧਾ ਹੋਇਆ ਸਾਡੇ ਸਿੱਖ ਇਤਿਹਾਸ ਦੇ ਵਿੱਚ। ਉਹਨਾਂ ਨੇ ਕੱਲਾ ਤਖਤ ਨੂੰ ਪੁੱਟ ਕੇ ਇੱਥੇ ਨਹੀਂ ਲਿਆਂਦਾ, ਉਹਨਾਂ ਨੇ ਉਹਦਾ ਤੁਸੀਂ ਕਿਤੇ ਜਾ ਕੇ ਦੇਖੋ ਕਿ ਥੋੜੀ ਜਿਹੀ ਡਿਗਰੀ ਉਦੋਂ ਝੁਕਾਇਆ ਹੋਇਆ ਦਰਬਾਰ ਸਾਹਿਬ ਵੱਲ। ਉਹ ਇਸ ਗੱਲ ਦਾ ਪ੍ਰਮਾਣ ਆ ਵੀ ਇਹ ਜਿਹੜਾ ਕਿਸੇ ਵੇਲੇ ਜ਼ੁਲਮ ਕਰਦਾ ਸੀ ਤਖਤ, ਉਹਨੂੰ ਗੁਰੂ ਨਾਨਕ ਦੇ ਚਰਨਾਂ 'ਚ ਜੱਸਾ ਸਿੰਘ ਰਾਮਗੜੀਆ ਨੇ ਝੁਕਾਤਾ ਤੇ ਉਹ ਰਹਿੰਦੀ ਦੁਨੀਆ ਤੱਕ ਝੁਕਿਆ ਰਹੇਗਾ। ਇਹ ਉਹ ਯੋਧੇ ਦੀ ਜਿਹੜੀ ਇਹਦੀ ਮਤਲਬ ਬਹਾਦਰੀ ਦੀ ਮਿਸਾਲ ਹੈ ਜੀ। ਐਡੀ ਵੱਡੀ ਦੇਖ ਲਓ ਮਿਸਾਲ ਜਿਹੜੀ ਹੈਗੀ ਆ ਸਾਡੇ ਸੂਰਮਿਆਂ ਦੀ, ਪਰ ਅਸੀਂ ਜਿਹੜੀਆਂ ਉਹਨਾਂ ਦੀਆਂ ਚੀਜ਼ਾਂ ਨੇ ਉਹ ਵੀ ਸੰਭਾਲ ਨਹੀਂ ਸਕੇ। ਤੁਸੀਂ ਕਿਹਾ ਵੀ ਜ਼ਿਆਦਾ ਸਮਾਂ ਵੀ ਨਹੀਂ ਹੋਇਆ ਹੈ ਨਾ, ਤੇ ਹੋਰ ਵੀ ਬਹੁਤ ਸਾਰੀਆਂ ਜਗ੍ਹਾ ਹੈਗੀਆਂ ਨੇ ਜਿਹੜੀਆਂ ਸੰਭਾਲਣ ਦੀ ਜ਼ਰੂਰਤ ਹੈਗੀ ਹੈ। ਜ਼ਰੂਰ ਤੁਸੀਂ ਆਪਣੇ ਵੱਲੋਂ ਦੱਸੋ ਹੈ ਨਾ, ਜਿਹੜਾ ਵੀ ਦਰਸ਼ਕ ਦੇਖ ਰਹੇ ਨੇ ਇਸ ਵੀਡੀਓ ਨੂੰ, ਵੀ ਹਾਂ ਉਹਨਾਂ ਚੀਜ਼ਾਂ ਨੂੰ ਘੱਟੋ ਘੱਟ ਅਸੀਂ ਸੰਭਾਲ ਲਈਏ। ਇੱਕ ਆਮ ਹੀ ਕਹਾਵਤ ਸੁਣਨ ਨੂੰ ਮਿਲਦੀ ਆ ਕਿ ਸਿੱਖ ਇਤਿਹਾਸ ਤੇ ਬਣਾ ਲੈਂਦੇ ਆ, ਇਤਿਹਾਸ ਨੂੰ ਸਾਂਭਦੇ ਨਹੀਂ। ਇਹ ਬਿਲਕੁਲ ਸਹੀ ਗੱਲ ਆ। ਕੋਈ ਜ਼ਿਆਦਾ ਸਮਾਂ ਲੰਮਾ ਸਮਾਂ ਨਹੀਂ, 300 ਜੇ ਗੁਰੂ ਨਾਨਕ ਸਾਹਿਬ ਤੋਂ ਚੱਲੀਏ ਆਪਾਂ, ਉਹਨਾਂ ਦੇ ਜਨਮ ਤੋਂ 550 ਸਾਲ ਹੋਏ। 550 ਸਾਲ ਦਾ ਸਮਾਂ ਕੁਝ ਵੀ ਨਹੀਂ ਹੁੰਦਾ ਜੇ ਇਤਿਹਾਸ ਦੀ। 11 ਸਾਲ ਪੁਰਾਣੀਆਂ ਜਿਹੜੀਆਂ ਇਮਾਰਤਾਂ ਨੇ ਅੱਜ ਬਚਾ ਕੇ ਰੱਖੀਆਂ ਹੋਈਆਂ ਨੇ। ਬਿਲਕੁਲ ਜੀ, ਬਾਹਰਲੇ ਦੇਸ਼ਾਂ 'ਚ ਇੱਥੇ ਤੱਕ ਸਾਡੇ ਹਿੰਦੁਸਤਾਨ ਦੇ ਵਿੱਚ ਹੀ ਆਪਾਂ ਬੜੀਆਂ 5-5 ਹਜ਼ਾਰ ਸਾਲ ਪੁਰਾਣੀਆਂ ਜਾਂ ਇਹ ਤੋਂ ਵੱਧ ਕਈ ਇਮਾਰਤਾਂ ਮੰਨੀਆਂ ਜਾਂਦੀਆਂ, ਜੇ ਉਹ ਸਾਂਭੀਆਂ ਜਾ ਸਕਦੀਆਂ ਤੇ ਸਾਡੀ ਕੌਮ ਤੇ ਇੰਨੀ ਸਮਰੱਥ ਆ, ਅਸੀਂ ਤੇ ਕਿਤੇ ਵੀ ਲੋੜ ਪਵੇ ਤਾਂ ਅਸੀਂ ਲਹਿਰਾਂ ਬਹਿਰਾਂ ਕਰ ਦਿੰਦੇ ਆ। ਪਰ ਇੱਕੋ ਹੀ ਗੱਲ ਆ, ਅਸੀਂ ਆਪਣੇ ਇਤਿਹਾਸ ਪ੍ਰਤੀ, ਆਪਣੀਆਂ ਇਤਿਹਾਸਕ ਇਮਾਰਤਾਂ ਪ੍ਰਤੀ ਅਸੀਂ ਨਾ ਇੱਕ ਮੂੰਹ ਹੀ ਮੋੜ ਲਿਆ। ਸਾਨੂੰ ਲੱਗਦਾ ਵੀ ਇਹਦੀ ਸ਼ਾਇਦ ਸਾਨੂੰ ਕੋਈ ਲੋੜ ਨਹੀਂ ਗੀ, ਪਰ ਜੋ ਇਤਿਹਾਸ ਇੱਕ ਇਮਾਰਤਾਂ ਜਾਂ ਪੁਰਾਤਨ ਚੀਜ਼ਾਂ ਬਿਆਨ ਕਰ ਸਕਦੀਆਂ, ਉਹ ਸਾਡੇ ਵਰਗੇ ਜਿੰਨਾ ਮਰਜ਼ੀ ਬਾਅਦ 'ਚ ਦੱਸੀ ਜਾਣ ਇੱਦਾਂ ਹੁੰਦਾ ਸੀ ਇੱਦਾਂ ਦਾ, ਉਹਦਾ ਕੋਈ ਫਾਇਦਾ ਨਹੀਂ। ਜੋ ਚੀਜ਼ ਤੁਹਾਡੇ ਰੂਬਰੂ ਹੂ ਬਹੂ ਪਈ ਹੋਏਗੀ, ਉਹ ਦੇਖ ਕੇ ਜਿਹੜਾ ਬੰਦਾ ਆਪਣੇ ਇਤਿਹਾਸ ਨੂੰ ਜਾਣਦਾ ਸਿੱਖਦਾ, ਉਹਦੀ ਮਿਸਾਲ ਕੋਈ ਹੋਰ ਨਹੀਂ ਹੋ ਸਕਦੀ। ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਵੀਰ ਜੀ ਨੇ ਕਿੰਨੀ ਵਧੀਆ ਉਦਾਹਰਨ ਦਿੱਤੀ ਹੈ। ਇੱਕ ਨਵੀਂ ਗੱਲ ਸਾਨੂੰ ਸਿੱਖਣ ਲਈ ਮਿਲੀ ਹੈ ਵੀ ਜਿਹੜਾ ਤਖਤੇ ਤੌਸ ਜਿਹੜਾ ਪੁੱਟ ਕੇ ਲੈ ਕੇ ਆਂਦਾ ਸੀ, ਅੱਜ ਦਰਬਾਰ ਸਾਹਿਬ ਵਾਲੀ ਸਾਈਡ ਨੂੰ ਝੁਕਾਇਆ ਹੋਇਆ ਹੈ। ਉਹ ਇਸ ਕਰਕੇ ਝੁਕਾਇਆ ਹੋਇਆ ਹੈ ਵੀ ਦੇਖੋ, ਜਿਹੜੇ ਲੋਕ ਉਸ ਵੇਲੇ ਅਤਿਆਚਾਰ ਕਰਦੇ ਸੀ, ਅੱਜ ਉਹਨਾਂ ਦਾ ਤਖਤ ਵੀ ਜਿਹੜਾ ਹੈਗਾ ਉਹ ਦਰਬਾਰ ਸਾਹਿਬ ਵਾਲੇ ਸਾਈਡ ਨੂੰ ਝੁਕਿਆ ਹੋਇਆ ਹੈ। ਤੁਸੀਂ ਬਿਲਕੁਲ ਇੱਧਰ ਦੇਖ ਸਕਦੇ ਹੋ ਨਾਨਕ ਸ਼ਾਹੀ ਇੱਟਾਂ ਦਾ ਮਲਬਾ, ਇਹ ਮਲਬੇ ਦੇ ਢੇਰ ਨਹੀਂ ਹੋਣੇ ਚਾਹੀਦੇ ਸੀ, ਇੱਥੇ ਇਮਾਰਤ ਦੀ ਸੰਭਾਲ ਹੋਣੀ ਚਾਹੀਦੀ ਸੀ। ਆਹ ਪਈਆਂ ਨੇ ਜੀ ਜੱਸਾ ਸਿੰਘ ਰਾਮਗੜੀਏ ਸਰਦਾਰ ਦੀਆਂ ਹਵੇਲੀ ਦੀਆਂ ਇੱਟਾਂ, ਆਹ ਢੇਰ ਲੱਗੇ ਪਏ ਨੇ ਇੱਥੇ, ਤੁਸੀਂ ਦੇਖ ਸਕਦੇ ਹੋ ਕਿੰਨੀ ਕੁ ਸੰਭਾਲ ਕੀਤੀ ਐ। ਅਸੀਂ ਗੱਲਾਂ ਨੂੰ ਅਸੀਂ ਬੜੇ ਹਾਂ, ਗੱਲਾਂ ਜਿੰਨੀਆਂ ਮਰਜ਼ੀ ਕਰਵਾ ਲਓ ਵੀ ਸਾਡੀ ਸੰਸਥਾ ਇਦਾਂ ਕਰਦੀ ਹੈ, ਸਾਡੀ ਸੰਸਥਾ ਇਦਾਂ ਕਰਦੀ ਹੈ, ਤੇ ਅਸੀਂ ਸਾਫ਼ ਲਫ਼ਜ਼ਾਂ ਦੇ ਵਿੱਚ ਕਹਿੰਦੇ ਹਾਂ ਵੀ ਲੁੱਟਿਆ ਜਾ ਰਿਹਾ ਹੈ ਤੁਹਾਨੂੰ। ਕੋਈ ਵੀ ਚੀਜ਼ਾਂ ਦੀ ਸੰਭਾਲ ਨਹੀਂ ਕੀਤੀ ਜਾ ਰਹੀ, ਪੈਸੇ ਇਕੱਠੇ ਕੀਤੇ ਜਾ ਰਹੇ ਨੇ, ਸਿਰਫ ਪੈਸਿਆਂ ਤੱਕ ਮਤਲਬ ਰਹਿ ਗਿਆ ਸਾਨੂੰ। ਜਦੋਂ ਤੱਕ ਪੈਸੇ ਮੁੱਕ ਜਾਂਦੇ ਨੇ ਅਸੀਂ ਉੱਥੇ ਹੀ ਖੇਡਾਂ ਖਤਮ ਕਰ ਦਿੰਦੇ ਹਾਂ। ਇੱਧਰ ਦੇਖ ਸਕਦੇ ਹੋ ਤੁਸੀਂ, ਇੱਕ ਵੱਡੀ ਬਿਲਡਿੰਗ ਬਣਾਉਣ ਲੱਗੇ ਨੇ ਤੇ ਇਹ ਬਿਲਡਿੰਗ ਵੀ ਇੱਥੇ ਹੀ ਰਹਿ ਗਈ ਹੈ। ਬਿਲਡਿੰਗ ਦੇ ਵਿਚਕਾਰ ਅਜੇ ਵੀ ਉਸ ਸੂਰਮੇ ਦੀ ਕੰਧ ਖੜੀ ਹੈ, ਹਵੇਲੀ ਦੀ ਕੰਧ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ। ਬਿਲਡਿੰਗ ਦੇ ਵਿੱਚ
ਅਜੇ ਵੀ ਖੜੀ ਹੈ। ਇਹ ਨਵੀਂ ਬਿਲਡਿੰਗ ਬਣਾ ਲਈ, ਆਲੀਸ਼ਾਨ ਬਿਲਡਿੰਗ ਬਣਾ ਲਈ। ਸਾਡੇ ਬੱਚੇ ਪੁੱਛਣਗੇ ਕੌਣ ਸੀ ਜੱਸਾ ਸਿੰਘ ਰਾਮਗੜੀਆ, ਕਿੱਥੇ ਹੈ ਉਹਦੀ ਹਵੇਲੀ। ਕਿਹਾ ਸੁਣਿਆ, ਗੂਗਲ ਤੇ ਸਰਚ ਕੀਤਾ ਵੀ ਹਾਂ ਸ੍ਰੀ ਹਰਗੋਬਿੰਦਪੁਰ ਦੇ ਵਿੱਚ ਕਿੱਥੇ ਹੈ ਜੱਸਾ ਸਿੰਘ ਰਾਮਗੜੀਏ ਦੀ ਹਵੇਲੀ। ਉੱਥੇ ਅਸੀਂ ਆਹ ਬਿਲਡਿੰਗ ਦਿਖਾਵਾਂਗੇ ਜਿਹੜੀ ਆ ਲੈਂਟਰ ਪਾ ਕੇ ਖੜੀ ਕੀਤੀ ਹੋਈ ਹੈ। ਆਪਣੇ ਬੱਚਿਆਂ ਨੂੰ ਇਹ ਬਿਲਡਿੰਗ ਦਿਖਾਈ ਜਾਊਗੀ ਕਿ ਆਹ ਦਿਖਾਵੋਗੇ ਮਲਬਾ ਤੁਸੀਂ, ਆਹ ਜਿਹੜੇ ਢੇਰ ਲੱਗੇ ਪਏ ਨੇ, ਆਹ ਢੇਰ ਲਾਏ ਨੇ ਅਸੀਂ, ਇਹ ਐਂ ਪੈ ਰਹਿਣੇ ਚਾਹੀਦੇ ਨੇ, ਇਹ ਦਿਖਾਓਗੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਆਹ ਪਏ ਨੇ ਢੇਰ। ਤੇ ਇੱਧਰ ਦਿਖਾ ਦਈਏ, ਇੱਧਰ ਮਾਰੋ ਜੀ ਕੈਮਰਾ, ਆਹ ਖਸਤਾ ਹਾਲਤ ਦਿਖਾਓਗੇ ਤੁਸੀਂ, ਆਹ ਖਸਤਾ ਹਾਲਤ ਦਿਖਾਓਗੇ ਆਪਣੇ ਬੱਚਿਆਂ ਨੂੰ। ਆਹ ਚੜ੍ਹਦੀਆਂ ਪੌੜੀਆਂ, ਆਹ ਹਾਲ ਦੇਖੋ ਕੀ ਕਰਿਆ ਹੋਇਆ ਤੁਸੀਂ, ਇਹ ਦਿਖਾਓਗੇ ਆਪਣੇ ਬੱਚਿਆਂ ਨੂੰ। ਇਹ ਦੱਸੋਗੇ ਵੀ ਆਹ ਜੱਸਾ ਸਿੰਘ ਰਾਮਗੜੀਏ ਸੂਰਮੇ ਦੀ ਹਵੇਲੀ ਨੂੰ ਸੰਭਾਲ ਕੇ ਰੱਖਿਆ ਹੈ ਅਸੀਂ। ਆਹ ਦਿਖਾਓਗੇ ਉੱਪਰੋਂ ਸੰਭਾਲ ਕੀਤੀ ਹੋਈ ਸਾਰੀ। ਇੱਧਰ ਡਿੱਗਿਆ ਹੋਇਆ ਆਹ ਰੂਮ, ਇੱਧਰ ਦੇਖ ਲਓ, ਆਹ ਕਮਰਾ ਉਸ ਵੇਲੇ ਦੇ ਸੂਰਮੇ ਦਾ, ਇਹ ਦਿਖਾਓਗੇ ਕਮਰਾ ਤੁਸੀਂ ਆਪਣੇ ਬੱਚਿਆਂ ਨੂੰ। ਇਹ ਦੇਖ ਕੇ ਸੰਤੁਸ਼ਟ ਹੋ ਜਾਣਗੇ, ਉਹ ਸੰਤੁਸ਼ਟੀ ਲੈ ਆਉਣਗੇ ਆਪਣੇ ਮਨ ਦੇ ਵਿੱਚ ਵੀ ਹਾਂ ਵਾਕਈ ਇਹ ਜੱਸਾ ਸਿੰਘ ਰਾਮਗੜੀਏ ਦਾ ਹੈਗਾ। ਕਿ ਆਹ ਸਾਰਾ ਢਾਹ ਕੇ ਇੱਥੇ ਗੋਲਕ ਰੱਖ ਦੋਗੇ, ਗੁਰੂ ਸਾਹਿਬ ਦਾ ਪ੍ਰਕਾਸ਼ ਕਰ ਦੋਗੇ। ਅਸੀਂ ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਮੁਨਕਰ ਨਹੀਂ ਹੁੰਦੇ, ਪਰ ਕਹਾਣੀ ਸਿਰਫ ਇੱਥੇ ਬਣ ਕੇ ਰਹਿ ਗਈ ਹੈ। ਇੱਕ ਵੱਖਰਾ ਰੂਮ ਛੋਟਾ ਜਿਹਾ ਤਿਆਰ ਕੀਤਾ ਜਾ ਸਕਦਾ ਸੀ, ਜੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰਨਾ ਉੱਥੇ ਕੀਤਾ ਜਾ ਸਕਦਾ ਸੀ, ਪਰ ਸਾਰੀ ਹਵੇਲੀ ਨੂੰ ਮਲੀਆ ਮੇਟ ਕਰਕੇ, ਜਿਸ ਤਰ੍ਹਾਂ ਠੰਡੇ ਬੁਰਜ ਨੂੰ ਢਾਇਆ, ਜਿਸ ਤਰ੍ਹਾਂ ਚਮਕੌਰ ਦੀ ਕੱਚੀ ਗੜੀ ਨੂੰ ਢਾਇਆ, ਅੱਜ ਗੋਲਕਾਂ ਰੱਖੀਆਂ ਨੇ ਉੱਥੇ। ਕੇਵਲ ਪੈਸੇ ਤੱਕ ਸੀਮਿਤ ਹੋ ਕੇ ਰਹਿ ਗਿਆ ਸਾਡਾ ਕਲਚਰ, ਸਾਡਾ ਸੱਭਿਆਚਾਰ। ਅੱਜ ਜਿਹੜੀ ਸਿੱਖੀ ਹੈ ਉਹ ਕੇਵਲ ਪੈਸੇ ਤੇ ਆ ਕੇ ਖਤਮ ਹੋ ਜਾਂਦੀ ਹੈ। ਸੰਭਾਲਣਾ ਸੀ ਇਹਨਾਂ ਚੀਜ਼ਾਂ ਨੂੰ। ਇਸ ਸੂਰਮੇ ਦੀ ਬਹੁਤ ਵੱਡੀ ਕੁਰਬਾਨੀ ਸੀ ਸਾਡੇ ਲਈ। ਪਤਾ ਨਹੀਂ ਸਾਨੂੰ ਕਦੋਂ ਅਸੀਂ ਕੁੰਭਕਰਨੀ ਨੀਂਦ ਦੇ ਵਿੱਚੋਂ ਜਾਗਾਂਗੇ, ਕਦੋਂ ਸਾਨੂੰ ਸਮਝ ਆਉਣੀ ਹੈ ਵੀ ਅਸੀਂ ਆਪਣੇ ਸੂਰਮਿਆਂ ਦੀਆਂ ਇਹਨਾਂ ਜਗ੍ਹਾ ਦੀ ਸੰਭਾਲ ਕਰਨੀ ਆ। ਅੱਜ ਢੇਰ ਲਾਏ ਪਏ ਨੇ ਇੱਥੇ ਇੱਟਾਂ ਦੇ ਸੁੱਟ ਕੇ, ਕੌਣ ਕਰੇਗਾ ਇਹਨਾਂ ਦੀ ਸੰਭਾਲ? ਆਉਣ ਵਾਲਾ ਇਤਿਹਾਸ ਸਾਤੋਂ ਮੰਗ ਕਰੇਗਾ। ਸਾਡੇ ਬੱਚੇ ਸਾਨੂੰ ਪੁੱਛਣਗੇ ਵੀ ਕੀ ਸੰਭਾਲ ਕੇ ਰੱਖਿਆ ਹੈ ਤੁਸੀਂ। ਤੇ ਇਸੇ ਤਰ੍ਹਾਂ ਦੀਆਂ ਹੋਰ ਵੀ ਨਿਸ਼ਾਨੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਢੱਠੀਆਂ ਹੋਈਆਂ ਇਮਾਰਤਾਂ ਜਿਹੜੀਆਂ ਡਿਗਰ ਕਿਨਾਰੇ ਪਈਆਂ ਨੇ, ਉਹ ਇਮਾਰਤਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੁਹਾਨੂੰ ਦਿਖਾਵਾਂਗੇ ਵੀ ਕਿਹੜੀ ਹਾਲਤ ਦੇ ਵਿੱਚ ਅਸੀਂ ਆਪਣੇ ਪੁਰਖਿਆਂ ਦੇ ਨਾਲ ਨਾਇਨਸਾਫੀ ਕੀਤੀ ਹੈ। ਜੁੜੇ ਰਹੋ ਸਾਡੇ ਨਾਲ ਸੁਰਖਾਬ ਟੀਵੀ ਤੇ। ਤੁਸੀਂ ਦੇਖ ਰਹੇ ਹੋ ਅਮਰਪ੍ਰੀਤ ਸਿੰਘ ਗੁੱਜਰਵਾਲ।